ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਵਈਆ ਜੋਬਨ ਊਪਰ ਜਾਰਠਤਾ ਹਰ ਜੀਵਨ ਕੋ ਰਿਪਕਾਲ ਬਨਾਏ। ਸੂਖਨ ਊਪਰ ਦੁਖ ਰਚੇ ਕਰ ਸੰਪਦ ਆਪਦ ਫੇਰ ਦਿਖਾਏ। ਜੋਬਨ ਊਪਰ ਜਾਰਠਤਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਆਪਾਂ ਭਾਵ ਰਸਾਮ੍ਰਿਤ ਗ੍ਰੰਥ ਪ੍ਰਾਰੰਭ ਕੀਤਾ ਕੁਝ ਦਿਨਾਂ ਤੋਂ, ਅਤੇ ਭਾਵ ਰਸਾਮ੍ਰਿਤ ਗ੍ਰੰਥ ਦੇ 49 ਜਿਹੜੇ ਹੈ ਛੰਦ ਸਮਾਪਤ ਹੋ ਚੁੱਕੇ ਹੈ, ਜਿਸ ਵਿੱਚ ਕਵੀ ਜੀ ਨੇ ਬੜੇ ਵਿਸਥਾਰ ਨਾਲ ਆਪਾਂ ਨੂੰ ਪੁੰਨਾਂ ਦੇ ਸ਼ੁਭ ਕਰਮਾਂ ਦੇ ਬਾਰੇ ਦਰਸਾਇਆ ਕਿ ਮਨੁੱਖ ਨੂੰ ਚੰਗੇ ਕਰਮ ਪੁੰਨ ਕਰਮ ਕਮਾਉਣੇ ਚਾਹੀਦੇ, ਜਿਸ ਕਰਕੇ ਦੇਹੀ ਪ੍ਰਾਪਤ ਹੋਈ ਹੈ। ਜਿਹੜੇ ਦੇਹ ਨੂੰ ਪਾ ਕੇ ਸ੍ਰੇਸ਼ਟ ਪੁੰਨ ਦੇ ਕਰਮ ਨਹੀਂ ਕਰਦੇ, ਉਹ ਦੇਹਾਂ ਵਿਅਰਥ ਹੋ ਗਈਆਂ, ਕਿਸੇ ਅਰਥ ਨਹੀਂ ਹੈ। ਇਸ ਤਰ੍ਹਾਂ ਸਰੀਰ ਪਾ ਕੇ ਭਲਾ ਕਰਨਾ ਚਾਹੀਦਾ ਹੈ। ਜਿਵੇਂ ਮਹਾਂਪੁਰਸ਼ ਜਨਮ ਮਰਨ ਦੋਹੂੰ ਮੈਂ ਨਾਹੀ, ਜਨ ਪਰ ਪੁਕਾਰੀ ਆਏ। ਜੀ ਦਾਨ ਦੇ ਭਗਤੀ ਲਾਇਨ ਹਰ ਸੋ ਲੈਨ ਮਲਾਏ। ਸੰਤ ਸਹਾਈ ਰਾਮ ਕੇ, ਜਿਵੇਂ ਸੰਤ ਸਹਾਇਤਾ ਕਰਦੇ ਪਰਮੇਸ਼ਰ ਦੇ ਵਿੱਚ ਮਿਲਣ ਵਾਸਤੇ, ਅਤੇ ਉਹ ਇਹ ਦੇਹ ਦਾ ਭਲਾ ਕਰਕੇ ਜਾਂਦੇ, ਹੋਰਾਂ ਦਾ ਵੀ ਭਲਾ ਕਰਦੇ ਹੈ। ਇਸ ਪ੍ਰਕਾਰ ਦੀ ਸਿੱਖਿਆ ਸਾਨੂੰ ਦਿੱਤੀ ਸੀ। ਅੱਜ ਸਵਈਆ 50 ਨੰਬਰ ਪ੍ਰਾਰੰਭ ਹੋ ਰਿਹਾ ਹੈ। ਆਓ ਆਪਾਂ ਇਸ ਨੂੰ ਵਿਦਿਆਰਥੀ ਰੂਪ ਵਿੱਚ ਪੜ੍ਹਨਾ ਕਰੀਏ ਜੀ। ਜੋਬਨ ਊਪਰ ਜਾਰਠਤਾ। ਹਰੇਕ ਚੀਜ਼ ਦਾ ਕੋਈ ਨਾ ਕੋਈ ਵੈਰੀ ਜ਼ਰੂਰ ਹੁੰਦਾ। ਕੋਈ ਵੀ ਚੀਜ਼ ਜੋ ਉਪਜਿਓ ਸੋ ਬਿਨਸ ਹੈ, ਪਰੋ ਆਜ ਕੈ ਕਾਲ। ਉਹ ਬਿਨਸਦੀ ਜ਼ਰੂਰ, ਅਤੇ ਬਿਨਸੇਗੀ ਤਾਂ ਜੇ ਉਹਦਾ ਕੋਈ ਖ਼ਤਮ ਕਰਨ ਵਾਲਾ ਹੋਊਗਾ ਤਾਂ। ਅਤੇ ਉਹ ਸਭ ਕੁਝ ਹੀ ਹੈ। ਇੱਕ ਪਰਮੇਸ਼ਰ ਮਹਾਂਕਾਲ ਨੂੰ ਕੱਢ ਕੇ ਬਾਕੀ ਸਭ ਦਾ ਕੋਈ ਨਾ ਕੋਈ ਵੈਰੀ ਜ਼ਰੂਰ ਹੈ। ਜੋਬਨ ਊਪਰ ਜਾਰਠਤਾ। ਜਿਵੇਂ ਜੋਬਨ ਜਵਾਨੀ ਹੈ, ਅਤੇ ਜਵਾਨੀ ਦਾ ਵੈਰੀ ਕੀ ਹੈ? ਜਾਰਠਤਾ, ਬੁਢੇਪਾ। ਜੋਬਨ ਉੱਪਰ, ਜਵਾਨੀ ਉੱਪਰ ਬੁਢੇਪਾ ਵੈਰੀ ਰੂਪ ਹੋ ਕੇ ਬਣੀ ਰਹਿੰਦੀ ਹੈ। ਹਰ ਜੀਵਨ ਕੋ ਰਿਪਕਾਲ ਬਨਾਏ। ਅਤੇ ਜੀਵਨ ਜੋ ਜ਼ਿੰਦਗੀ ਹੈ ਸਰੀਰ ਵਿੱਚ ਰਹਿੰਦਿਆਂ, ਕੋ ਇਹ ਜ਼ਿੰਦਗੀ ਦਾ ਰਿਪ ਦੁਸ਼ਮਣ ਕਾਲ ਜੋ ਹੈ ਸਭ ਦਾ ਵੱਧ ਕਰਨ ਵਾਲਾ ਮੌਤ, ਇਹ ਬਣਾਇਆ ਹੋਇਆ ਹੈ ਪਰਮੇਸ਼ਰ ਨੇ। ਸੂਖਨ ਉੱਪਰ ਦੁੱਖ ਰਚੇ। ਫਿਰ ਸੁੱਖਾਂ ਦੇ ਉੱਪਰ ਉੱਤੇ ਦੁੱਖ ਰੂਪੀ ਸ਼ਤਰੂ ਵੈਰੀ ਰਚੇ ਬਣਾਏ ਹੋਏ ਹਨ। ਜਿੱਥੇ ਸੁੱਖ ਹੈ ਉੱਥੇ ਦੁੱਖ ਹੈ ਕੋ ਸੁੱਖ ਅਗਲਾ। ਜਿੱਥੇ ਸੁੱਖ ਹੈ ਉੱਥੇ ਦੁੱਖ ਵੀ ਆਏਗਾ ਜ਼ਰੂਰ, ਜਿੱਥੇ ਦੁੱਖ ਉੱਥੇ ਸੁੱਖ ਵੀ। ਭਾਵ ਜਿੱਥੇ ਰਾਤ ਦਿਨ ਵੀ ਆਉਣਾ ਹੀ ਹੈ, ਦਿਨ ਹੈ ਅਤੇ ਰਾਤ ਵੀ ਆਉਣੀ ਹੈ। ਇਸੇ ਪ੍ਰਕਾਰ ਸੁੱਖਾਂ ਦੇ ਉੱਤੇ ਦੁੱਖ ਰੂਪੀ ਵੈਰੀ ਰਚੇ ਬਣਾਏ ਹੋਏ ਹੈ। ਸੁੱਖਾਂ ਪਰ ਦੁੱਖ ਰਚੀ ਗਈ ਹੈ, ਬਣਾਇਆ ਹੋਇਆ ਹੈ। ਕਰ ਸੰਪਦ ਆਪਦ ਫੇਰ ਦਿਖਾਏ। ਅਤੇ ਸੰਪਦ ਜੋ ਵਿਭੂਤੀ ਧਨ ਪਦਾਰਥ ਆਦਿ ਹਨ, ਅਤੇ ਕਰ ਸੰਪਦ ਇਹ ਧਨ ਪਦਾਰਥਾਂ ਦੇ ਕਰ ਕਹੀਏ ਕਰਕੇ ਫੇਰ ਦਿਖਾਏ। ਫੇਰ ਜਿਹੜੇ ਹੈ ਭਾਵ ਮੁੜ ਧਨ ਪਦਾਰਥ ਦੇ ਕਰਕੇ ਮੁੜ ਉਸ ਦੇ ਉੱਪਰ ਆਪਦ ਜਿਹੜੀ ਬਿਪਤਾ, ਉਹ ਬਿਪਤਾ ਨੂੰ ਦੁਸ਼ਮਣ ਰੂਪ ਵਿੱਚ ਕਰਕੇ ਦਿਖਾ ਦਿੱਤਾ ਹੈ। ਸੰਪਦ ਲਈ ਮਨੁੱਖ ਕੀ ਨਹੀਂ ਕਰਦਾ? ਸੰਪਦ ਵਿਭੂਤੀ ਧਨ ਪਦਾਰਥ ਆ ਗਏ,
ਉਹਨਾਂ ਕਰਕੇ ਜਿਹੜੀ ਆਪਦ ਬਿਪਤਾ ਉਹ ਫਿਰ ਬਿਪਤਾ ਦੁਸ਼ਮਣ ਰੂਪੀ ਬਿਪਤਾ ਨੂੰ ਫਿਰ ਦਿਖਾਏ ਕਹੀਏ ਦਿਖਾ ਦਿੱਤਾ ਹੈ ਰੱਬ ਨੇ। ਮੂਡਨ ਕੋ ਧਨ ਧਾਮ ਦਇਓ। ਮੂਡਨ ਜਿਹੜੇ ਮੂਰਖ ਹਨ, ਮੂਰਖ ਮਨੁੱਖਾਂ ਨੂੰ, ਮੂਡਨ ਕੋ ਮੂਰਖ ਮਨੁੱਖਾਂ ਨੂੰ ਧਨ ਧਾਮ ਦਿਓ। ਵੇਖੋ ਰੱਬ ਦੀ ਕਲਾ, ਜਿਹੜੇ ਮੂਰਖ ਲੋਕ ਹਨ ਉਹਨਾਂ ਨੂੰ ਪਰਮਾਤਮਾ ਨੇ ਧਨ ਧਾਮ ਦਿਓ। ਦੌਲਤ, ਧਨ ਕਹੀ ਦੌਲਤ, ਧਾਮ ਘਰ ਆਦਿਕ ਸਭ ਕੁਝ ਦਿਓ ਦਿੱਤਾ ਹੋਇਆ ਹੈ। ਪੁਨ ਕੋਵਿਦ ਕੋ ਗ੍ਰਹਿ ਭੀਖ ਮੰਗਾਏ। ਫਿਰ ਜਿਹੜੇ ਵਿਦਵਾਨ, ਕੋਵਿਦ ਵਿਦਵਾਨ ਪੁਰਖ ਹੈ ਉਹਨਾਂ ਨੂੰ, ਵਿਦਵਾਨ ਪੁਰਖਾਂ ਨੂੰ ਉਹਨਾਂ ਮੂਰਖ ਲੋਕ, ਮੂਰਖ ਦੇ ਗ੍ਰਹਿ ਘਰਾਂ ਦੇ ਵਿੱਚ ਭਿਖਿਆ ਭੋਜਨ ਮੰਗਣ ਲਈ ਮੰਗਣ ਲਾ ਦਿੱਤਾ ਹੈ। ਵੀ ਮੂਰਖਾਂ ਦੇ ਘਰ ਧਨ ਬਹੁਤ ਦੌਲਤ ਦਿੱਤੀ ਹੈ। ਤੇ ਪੁਨ ਕੋਵਿਦ ਕੋ, ਜਿਹੜੇ ਵਿਦਵਾਨ ਤੇ ਉਹਨਾਂ ਵਿਦਵਾਨਾਂ ਨੂੰ ਗ੍ਰਹਿ ਭੀਖ ਮੰਗਾਏ। ਵਿਦਵਾਨ ਪੁਰਖਾਂ ਨੂੰ ਘਰ ਅੱਗੇ ਭਿਕਸ਼ਾ ਮੰਗਣ ਲਾ ਦਿੱਤਾ ਹੈ। ਯਾ ਬਿਦ ਮੈਂ ਬਿਦ ਭੂਲ ਸਮੇਂ। ਕਵੀ ਜੀ ਕਥਨ ਕਰਦੇ ਹਨ, ਯਾ ਬਿਦ, ਇਸ ਤਰ੍ਹਾਂ ਦੀ ਵਿਧੀ ਵਿੱਚ, ਇਸ ਤਰ੍ਹਾਂ ਦੀ ਵਿਧੀ ਵਿੱਚ ਮੈਨੂੰ ਲੱਗਦਾ ਹੈ, ਯਾ ਬਿਦ ਮੈਂ ਬਿਦ ਭੂਲ ਸਮੇਂ, ਇਸ ਤਰ੍ਹਾਂ ਦੀ ਵਿਧੀ ਵਿੱਚ ਮੈਨੂੰ ਕਵੀ ਜੀ ਕਹਿੰਦੇ ਲੱਗਦਾ ਹੈ ਕਿ ਬਿਦ ਜੋ ਬ੍ਰਹਮਾ ਜੀ ਹੈ ਭੂਲ ਸਮੇਂ, ਉਹ ਭੁੱਲ ਗਏ ਸਨ ਅਤੇ ਇਸ ਭੁੱਲ ਦੇ ਸਮੇਂ ਵਿੱਚ ਹਰ ਨਾਹੀ ਕਰੀ ਕਛ ਆਏ ਸਹਾਏ। ਇਹ ਭੁੱਲ ਦੇ ਸਮੇਂ ਵਿੱਚ ਨਾ ਹੀ ਵਿਸ਼ਨੂੰ ਜੀ ਭਗਵਾਨ ਨੇ ਆ ਕੇ ਕੋਈ ਸਹਾਇਤਾ ਕੀਤੀ। ਕਵੀ ਜੀ ਕਥਨ ਕਰਦੇ ਹੈ, ਇਸ ਤਰ੍ਹਾਂ ਦੀ ਵਿਧੀ ਵਿੱਚ ਮੈਨੂੰ ਲੱਗਦਾ ਹੈ ਕਿ ਬ੍ਰਹਮਾ ਜੀ ਭੁੱਲ ਗਏ ਸਨ ਅਤੇ ਇਸ ਭੁੱਲ ਦੇ ਸਮੇਂ ਵਿੱਚ ਨਾ ਵਿਸ਼ਨੂੰ ਜੀ ਨੇ ਆ ਕੇ ਕੋਈ ਸਹਾਇਤਾ ਕੀਤੀ। ਹਰ ਵਿਸ਼ਨੂੰ ਭਗਵਾਨ ਨੇ ਵੀ ਆ ਕੇ ਕੁਝ ਸਹਾਇਤਾ ਨਹੀਂ ਕੀਤੀ ਹੈ ਇਸ ਸਮੇਂ ਵਿੱਚ। ਇਸ ਤਰ੍ਹਾਂ ਦੇ ਵਿੱਚ ਯਾ ਬਿਦ ਮੈਂ, ਭਾਵ ਇਸ ਤਰ੍ਹਾਂ ਦੀ ਜਿਹੜੀ ਵਿਧੀ ਹੈ ਨਾ ਜੋ ਉੱਪਰ ਕੀਤੀ ਹੈ ਵੀ ਮੂਰਖਾਂ ਨੂੰ ਧਨ ਵਿਦਵਾਨਾਂ ਕੋਲ ਮੰਗਾਉਣਾ ਸ਼ੁਰੂ ਕਰ ਦਿੱਤਾ। ਕਵੀ ਜੀ ਕਹਿੰਦੇ ਮੈਨੂੰ ਤਾਂ ਇਉਂ ਲੱਗਦਾ ਵੀ ਇਹ ਵਿਧੀ ਦੇ ਵਿੱਚ ਬ੍ਰਹਮਾ ਕੋਲ ਭੁੱਲ ਹੋ ਗਈ ਹੈ ਅਤੇ ਉਹਨਾਂ ਦੀ ਭੁੱਲ ਸਮੇਂ ਹਰ ਵਿਸ਼ਨੂੰ ਭਗਵਾਨ ਨੇ ਕੁਝ ਆ ਕੇ ਸਹਾਇਤਾ ਨਹੀਂ ਕੀਤੀ। ਇਹ ਨਾ ਕਰ, ਵਿਦਵਾਨਾਂ ਨੂੰ ਧਨ ਦੇ, ਮੂਰਖਾਂ ਨੂੰ ਧਨ ਨਾ ਦੇ, ਭਾਵ ਉਦੋਂ ਸਹਾਇਤਾ ਨਹੀਂ ਕੀਤੀ ਅਤੇ ਬ੍ਰਹਮਾ ਨੇ ਇਸੇ ਤਰ੍ਹਾਂ ਹੀ ਕਰ ਲਿਆ ਆਪਣੀ ਮਰਜ਼ੀ ਨਾਲ। ਸਵਈਆ ਤਨ ਕੇ ਬਲ ਨੇ ਅਬ ਪੀਠ ਦਈ। ਕਵੀ ਜੀ ਬ੍ਰਿਧ ਅਵਸਥਾ ਦੀ ਹਾਲਤ ਬਾਰੇ ਕਥਨ ਕਰਦੇ ਹੈ ਕਿ ਬ੍ਰਿਧ ਅਵਸਥਾ ਵਿੱਚ ਆਪ ਹੁਣ ਸਰੀਰ ਦੇ ਜਵਾਨੀ ਵਾਲੇ ਜ਼ੋਰ ਨੇ ਪਿੱਠ ਦੇ ਦਿੱਤੀ ਹੈ। ਤਨ ਕੇ ਬਲ ਨੇ, ਬ੍ਰਿਧ ਅਵਸਥਾ ਦੀ ਹਾਲਤ ਕਥਨ ਕਰਦੇ ਆ ਕਿ ਬ੍ਰਿਧ ਅਵਸਥਾ ਵਿੱਚ ਵੇਖ ਲਓ ਆਪ ਹੁਣ ਜਿਹੜਾ ਸਰੀਰ ਦਾ ਬਲ, ਸਰੀਰ ਦੇ ਜਵਾਨੀ ਵਾਲੇ ਜਿਹੜਾ ਬਲ ਜ਼ੋਰ ਸੀ ਉਸ ਨੇ ਪੀਠ ਦਈ, ਹੁਣ ਪਿੱਠ ਦੇ ਦਿੱਤੀ ਹੈ। ਭਾਵ ਜੋ ਜਵਾਨੀ ਵਿੱਚ ਸਰੀਰ ਵਿੱਚ ਤਾਕਤ ਸੀ ਉਹ ਬੁਢੇਪੇ ਵਿੱਚ ਨਹੀਂ ਰਹਿੰਦੀ ਅਤੇ ਹਾਲਤ ਕੀ ਹੋ ਗਈ। ਔਰ ਹਾਰ ਪਰੇ ਦ੍ਰਿਗ ਬਾਲ ਸੰਗਾਤੀ। ਹਰ ਕਹੀਏ ਅਤੇ ਦ੍ਰਿਗ ਕਹੀਏ ਨੇਤਰ ਆਦਿ ਇੰਦਰੇ ਵੀ ਹਾਰ ਪਰੇ ਥੱਕ ਪਏ ਹਨ। ਜੋ ਬਾਲ ਸੰਗਾਤੀ, ਜੋ ਬਚਪਨ ਦੇ ਸੰਗੀ ਸਨ,
ਵੇਖ ਲਓ ਬੁਢੇਪੇ ਵਿੱਚ ਨੇਤਰਾਂ ਦੀ ਦ੍ਰਿਸ਼ਟੀ ਕਮਜ਼ੋਰ ਹੋ ਜਾਂਦੀ, ਧੁੰਦਲਾ ਹੀ ਨਜ਼ਰ ਆਉਣ ਲੱਗ ਪੈਂਦਾ, ਸਦਾ ਪਾਣੀ ਵਹਿੰਦਾ ਰਹਿੰਦਾ ਹੈ। ਭਗਤ ਮਹਾਰਾਜ ਕਹਿੰਦੇ ਹੈ, ਨੈਨੋ ਨੀਰ ਬਹਿ ਤਨ ਖੀਨਾ, ਭਏ ਕੇਸ ਦੁਦਵਾਨੀ, ਰੂਹ ਦਾ ਕੰਠ ਸ਼ਬਦ ਨੇ ਉਚਰੇ ਅਬ ਕਿਆ ਕਰੈ ਪ੍ਰਾਨੀ। ਇਹੋ ਜਿਹੀ ਹਾਲਤ ਹੋ ਜਾਂਦੀ ਹੈ। ਕਵੀ ਜੀ ਬ੍ਰਿਧ ਅਵਸਥਾ ਦਾ ਕਥਨ ਕਰਦੇ ਇਹ ਗੱਲ ਕਹਿੰਦੇ ਹੈ ਕਿ ਤਨ ਕੇ ਬਾਲਣਿਆਂ ਪੀਠ ਦੇ ਵੇਖ ਲਓ, ਮੈਂ ਬਿਰਧ ਹੋ ਗਿਆ ਅਤੇ ਸਰੀਰ ਦੇ ਜਵਾਨੀ ਵਾਲੇ ਬਲ ਨੇ ਹੁਣ ਪਿੱਠ ਦੇ ਦਿੱਤੀ ਹੈ, ਪਰ ਉਹ ਜ਼ੋਰ ਤਾਕਤ ਨਹੀਂ ਰਹਿ ਗਈ। ਹਰ ਹਾਰ ਪਰੇ ਦ੍ਰਿਗਪਾਲ ਸੰਗਾਤੀ, ਦ੍ਰਿਗ ਕਰਮ ਇੰਦਰੇ ਗਿਆਨ ਇੰਦਰੇ। ਇਹ ਵੀ ਹੁਣ ਥੱਕ ਹਾਰ ਪਏ ਹੈ। ਬਾਲ ਸੰਗਾਤੀ ਜੋ ਬਚਪਨ ਦੇ ਸੰਗਾਤੀ ਸੰਗੀ ਸਾਥੀ ਸਨ, ਭਾਵ ਜੋ ਜਨਮ ਉਹਦੇ ਨਾਲ ਹੀ ਹੈ, ਪਰ ਮੈਂ ਬੁੱਢਾ ਹੋ ਗਿਆ, ਉਹ ਸਾਥ ਮੇਰਾ ਛੱਡ ਗਏ ਹਨ। ਤਜ ਕੇ ਇਹ ਲੋਕ ਵਿਖੇ ਹਮਕੋ, ਤੇ ਮੇਰੇ ਕੀ ਹੋ ਗਿਆ ਹਾਂ, ਹਮਕੋ ਕਹਿੰਦੇ ਹੈ ਵੀ ਇਸ ਸੰਸਾਰ ਦੇ ਵਿੱਚ ਛੱਡ ਕਰਕੇ ਇਹ ਲੋਕ, ਇਹ ਜਿਹੜੇ ਲੋਕ ਸੰਸਾਰ ਦੇ ਵਿੱਚ ਇਹ ਲੋਕ ਵਿਖੇ, ਇਸ ਲੋਕ ਦੇ ਵਿੱਚ ਹਮਕੋ ਮੈਨੂੰ ਛੱਡ ਕੇ ਚੱਲ ਆਪ ਗਏ ਸੋ ਲੋਕ ਸਜਾਤੀ। ਸਜਾਤੀ ਮੇਰੀ ਜਾਤ ਵਾਲੇ, ਹਮ ਜਾਤੀ ਮੇਰੇ ਬਚਪਨ ਦੇ ਮਿੱਤਰ, ਸਜਾਤੀ ਮੇਰੇ ਨਾਲ ਰਹਿਣ ਵਾਲੇ, ਮੇਰੀ ਜਾਤੀ ਦੇ ਲੋਕ ਕਹਿੰਦੇ ਵੀ ਉਹ ਚੱਲ ਆਪ ਗਏ ਸੁਰਲੋਕ, ਅਤੇ ਉਹ ਸੁਰਲੋਕ ਦੇਵਤਿਆਂ ਦੇ ਲੋਕ ਵਿੱਚ ਚਲੇ ਗਏ ਹਨ, ਭਾਵ ਬੈਕੁੰਠ ਗਮਨ ਕਰ ਗਏ, ਚਲੇ ਗਏ ਹੈ ਛੱਡ ਕੇ, ਭਾਵ ਮਰ ਖਪ ਗਏ। ਤਜ ਕੇ ਇਹ ਲੋਕ ਵਿਖੇ ਹਮਕੋ, ਚੱਲ ਆਪ ਗਏ ਸੁਰਲੋਕ ਸਜਾਤੀ। ਅਰਥ ਵਾਸਤੇ ਸਜਾਤੀ ਮੇਰੇ ਜਾਤੀ ਦੇ ਬਚਪਨ ਦੇ ਮੇਰੇ ਨਾਲ ਰਹਿਣ ਵਾਲੇ ਮੇਰੇ ਮਿੱਤਰ ਸੱਜਣ ਕਹਿੰਦੇ ਵੀ ਉਹ ਲੋਕ ਜਿਹੜੇ ਹੈ, ਉਹ ਲੋਕ ਮੈਨੂੰ, ਇਹ ਲੋਕ ਇਸ ਸੰਸਾਰ ਲੋਕ, ਇਸ ਮਾਤ ਲੋਕ ਵਿਖੇ ਵਿੱਚ ਤਜ ਕੇ ਛੱਡ ਕੇ ਤੇ ਕਿੱਥੇ ਗਏ ਹੈ, ਚੱਲ ਗਏ ਸੁਰਲੋਕ ਦੇਵਤਿਆਂ ਦੇ ਲੋਕ ਵਿੱਚ ਆਪ ਚੱਲ ਗਏ, ਚਲੇ ਗਏ ਹਨ, ਭਾਵ ਸੱਚਖੰਡ ਪਿਆਨਾ ਕਰ ਗਏ ਹੈ, ਬੈਕੁੰਠ ਗਮਨ ਕਰ ਗਏ ਹਨ, ਮਰ ਗਏ ਹਨ। ਜਗ ਮੀਤ ਸਖਾ ਮੁਖ ਫੇਰ ਗਏ, ਫਿਰ ਇਸ ਸੰਸਾਰ ਦੇ ਵਿੱਚ ਮੇਰੇ ਬਹੁਤ ਮਿੱਤਰ ਸਨ, ਸਕੇ ਪਿਆਰੇ ਵੀ ਸੀ, ਉਹ ਵੀ ਸਾਰੇ ਮੇਰੇ ਬੁੱਢਪੁਣੇ ਦੀ ਹਾਲਤ ਵੇਖ ਮੁੱਖ ਫੇਰ ਗਏ, ਮੂੰਹ ਫੇਰ ਗਏ, ਭਾਵ ਮੇਰੇ ਵੱਲੋਂ ਦੇਖਦੇ ਤੱਕਦੇ ਨਹੀਂ ਹੈ। ਉਹ ਤਾਂ ਜਿਵੇਂ ਫਸਲ ਵੱਢੀ ਦੇ ਵਿੱਚੋਂ ਬਟੇਰੇ ਨੱਠ ਜਾਂਦੇ ਹੈ, ਇਸੇ ਤਰ੍ਹਾਂ ਮਿੱਤਰ ਸਖੀ ਜਿਹੜੇ ਨਾਲ ਰਹਿਣ ਵਾਲੇ ਉਹ ਸਾਰੇ ਮੁੱਖ ਫੇਰ ਗਏ, ਮੇਰੇ ਤੋਂ ਮੂੰਹ ਫੇਰ ਗਏ ਹਨ। ਅਬ ਸੇਵਕ ਨਾਹੀਂ ਪੁੱਛੇ ਮਮ ਬਾਤੀ, ਅਬ ਹੁਣ ਮੇਰੇ ਜਿਹੜੇ ਸੇਵਕ ਦਾਸ ਨੌਕਰ ਉਹ ਵੀ ਨਾਹੀਂ ਪੁੱਛੇ ਮਮ ਬਾਤੀ, ਮੇਰੀ ਮਮ ਕਹੀਏ ਮੇਰੀ ਬਾਤੀ, ਕੋਈ ਵੀ ਬਾਤੀ ਕਹੀਏ ਗੱਲ ਨਹੀਂ ਪੁੱਛੇ ਕਹੀਏ ਪੁੱਛਦੇ। ਜਗਤ ਦੇ ਮਿੱਤਰ ਸਖੇ ਪਿਆਰੇ ਉਹ ਵੀ ਮੂੰਹ ਫੇਰ ਗਏ, ਹੁਣ ਸੇਵਕ ਨਾਹੀਂ ਪੁੱਛੇ ਮਮ ਬਾਤੀ, ਜਿਹੜੇ ਮੇਰੇ ਸੇਵਕ ਦਾਸ ਨੌਕਰ ਸੀ ਉਹ ਵੀ ਮੇਰੀ ਗੱਲਬਾਤ ਨਹੀਂ ਪੁੱਛਦੇ। ਕਹਿੰਦੇ ਬੁੱਢੇ ਕੋ ਕੀ ਲੈਣਾ, ਲੈਣਾ ਤੇ ਜਵਾਨਾਂ ਕੋ ਹੈ, ਮੁੰਡਿਆਂ ਕੋ ਸਾਰੀ ਮੁਖਤਿਆਰੀ ਹੈ। ਮਮ ਆਹੇ ਪਲਾਂਗਮ ਹੇ ਤ੍ਰਿਸ਼ਨੇ, ਬੁਢੇਪੇ ਦੀ ਹਾਲਤ ਕਥਨ ਕਰਦੇ ਇੰਨਾ ਕੁਝ ਕਹਿੰਦੇ ਵੀ ਸਾਰੇ ਵੇਖ ਲਓ ਮੇਰਾ ਸਾਥ ਛੱਡ ਗਏ, ਪਰ ਵੇਖ ਲਓ ਮਮ ਆਹੇ ਪਲ ਆਂਗਮ, ਪਲ ਪਲ ਵਿੱਚ ਜਿਹੜਾ ਆਉਣ ਜਾਣ ਵਾਲੀ ਹੇ ਤ੍ਰਿਸ਼ਨੇ ਮਮ ਆਹੇ, ਆਹੇ ਦਾ ਅਰਥ ਸੱਪ, ਹੇ ਸੱਪ ਦੇ ਵਾਂਗ ਵਲ ਮਾਰ ਕੇ, ਪਲ ਆਂਗਮ
ਕੰਨੇ ਵਿੱਚੋਂ ਐੜਾ ਨਿਕਲਣਾ। ਪਲ ਪਲ ਆਂਗਮ ਕਹੀਏ ਆਉਣ ਜਾਣ ਵਾਲੀ, ਹੇ ਤ੍ਰਿਸ਼ਨੇ ਤੂੰ ਸੱਪ ਦੇ ਵਾਂਗ ਵਲ ਮਾਰ ਕੇ ਤੇ ਇੱਕ ਤੂੰ ਮਮ ਸੰਗ ਰਹੀ ਦਿਨ ਰਾਤੀ, ਇੱਕ ਤੂੰ ਹੀ ਦਿਨ ਰਾਤ ਮਮ ਕਹੀਏ ਮੇਰੇ ਸੰਗ ਨਾਲ ਰਹੀ ਹੈ। ਤੂੰ ਹੀ ਮੇਰੇ ਨਾਲ ਰਹੀ ਹੈ। ਇੱਕ ਤੂੰ ਮਮ ਸੰਗ ਰਹੀ ਦਿਨ ਰਾਤ, ਦਿਨ ਰਾਤ ਤੂੰ, ਇੱਕ ਤੂੰ ਹੀ ਮੇਰੇ ਨਾਲ ਰਹੀ ਹੈ। ਬਾਕੀ ਦੇ ਸਾਰੇ ਹੇ ਤ੍ਰਿਸ਼ਨੇ ਭੱਜ ਗਏ। ਮਮ ਆਹੇ ਪਲੰਗ, ਹੇ ਤ੍ਰਿਸ਼ਨੇ ਤੂੰ ਪਲ ਪਲ ਸੱਪ ਵਾਂਗ, ਆਹੇ ਸੱਪ ਵਾਂਗ ਆਉਣ ਜਾਣ ਵਾਲੀ, ਹੇ ਤ੍ਰਿਸ਼ਨੇ ਤੂੰ ਸੱਪ ਵਾਂਗ ਮੈਨੂੰ ਵਲੇਟਣੇ ਮਾਰ ਕੇ ਬੈਠੀ ਹੋਈ ਹੈ, ਤੂੰ ਨਹੀਂ ਜਾਂਦੀ। ਬਾਕੀ ਮਮ ਆਹੇ ਪਲਾਂਗਮ, ਪਲਾਂਗਮ ਜਿਹੜੇ ਮੇਰੇ ਸਖੇ ਮਿੱਤਰ ਪਿਆਰੇ ਹੈ, ਬਚਪਨ ਦੇ ਸੰਗੀ ਸਗੇ ਸੰਬੰਧੀ, ਇੰਦਰੇ ਅੱਖਾਂ ਨੇਤਰ ਕੰਨ ਆਦਿਕ, ਮਮ ਇਹ ਮੈਨੂੰ ਸਾਰੇ ਪਲਾਂਗਮ ਕਹੀਏ ਛੱਡ ਕੇ ਦੌੜ ਗਏ। ਆਹੇ ਕਹੀਏ ਹੈ ਦੌੜ ਗਏ ਹੈ ਜਾਂ ਹਨ। ਤੇ ਇੱਕ ਤੂੰ ਮਮ ਸੰਗ ਰਹੀ ਦੇ, ਇੱਕ ਤੂੰ ਮੇਰੇ ਨਾਲ ਜ਼ਰੂਰ ਰਹੀ ਹੈ। ਭਾਵ ਵੇਖ ਲਓ ਵੀ ਬਚਪਨ ਤੋਂ ਲੈ ਕੇ ਬਿਰਧ ਅਵਸਥਾ ਤੱਕ ਪਲ ਪਲ ਵਿੱਚ ਕਿਸੇ ਨਾ ਕਿਸੇ ਤਰੀਕੇ ਨਾਲ ਤ੍ਰਿਸ਼ਨਾ ਫਿਰਦੀ ਰਹੀ, ਫੁਰਦੀ ਰਹੀ। ਬਚਪਨ 'ਚ, ਜਵਾਨੀ 'ਚ, ਬੁੱਢਪੁਣੇ 'ਚ ਉਹ ਤ੍ਰਿਸ਼ਨਾ ਦੀ ਪੂਰਤੀ ਲਈ ਨੇਕਾਂ ਪਦਾਰਥ ਧਨ ਦੇ ਮਗਰ ਮਗਰ ਦੌੜਦਾ ਰਿਹਾ, ਪਰ ਉਹਦੀ ਪੂਰਤੀ ਨਾ ਹੋ ਸਕੀ। ਗੁਰਬਾਣੀ 'ਚ ਵੀ ਕਹਿੰਦੇ ਮਹਾਰਾਜ ਤ੍ਰਿਸ਼ਨਾ ਬਿਰਲੇ ਹੀ ਕੀ ਬੁਝੀ ਹੈ, ਕੋਟ ਜੋਰੇ ਲਾਖ ਕਰੋਰੇ ਮਨ ਨਾ ਹੋਰੇ, ਪਰੇ ਪਰੇ ਹੀ ਕਉ ਲੁੱਝੀ ਹੈ। ਤੇ ਇਹ ਤ੍ਰਿਸ਼ਨਾ ਜੇਕਰ ਤੂੰ ਬਾਕੀ ਸੰਗੀਆਂ ਸਾਥੀਆਂ ਵਾਂਗ ਚਲੀ ਜਾਂਦੀ ਤਾਂ ਚੰਗਾ ਸੀ, ਪਰ ਤੂੰ ਵੀ ਨਹੀਂ ਗਈ। ਸੈਸ ਖੱਟੇ ਲੱਖ ਕੋਠ ਧਾਵੈ, ਤ੍ਰਿਪਤਰਾਵੇਂ ਮਾਛੇ ਮਾਇਆ ਪਾਛੇ ਪਾਵੈ, ਕੌਡੀ ਕੌਡੀ ਜੋਰ ਕੇ ਜੋਰੇ ਲੱਖ ਕਰੋੜ, ਐਵੇਂ ਤੂੰ ਚੱਲਦੀ ਆਈ ਹੈ। ਮਮ ਆਹੇ ਪਲਾਂਗਮ, ਹੇ ਤ੍ਰਿਸ਼ਨੇ, ਹੇ ਤ੍ਰਿਸ਼ਨੇ ਤੂੰ ਆਹੇ ਸੱਪ ਵਾਂਗ ਪਲ ਪਲ ਆਂਗਮ ਕਹੀਏ ਆਉਣ ਜਾਣ ਵਾਲੀ, ਆਹੇ ਸੱਪ ਵਾਂਗ ਮਮ ਕਹੀਏ ਮੈਨੂੰ, ਮੇਰੇ ਤੂੰ ਸਾਰੇ ਜਵਾਨੀ ਬੁੱਢਪੁਣੇ ਬਚਪਨ ਨੂੰ ਤੂੰ ਵਿਲੇਵਾ ਮਾਰ ਕੇ ਰੱਖ ਕੇ ਬੈਠੀ ਰਹੀ। ਇੱਕ ਤੂੰ ਮਮ ਸੰਗ ਰਹੀ ਦਿਨ ਰਾਤੀ, ਇੱਕ ਤੂੰ ਮੇਰੇ ਸੰਗ ਨਾਲ ਹਮੇਸ਼ਾ ਰਾਤ ਦੇਣੀ ਸੰਗੀ ਸਾਥੀ ਬਣ ਕੇ ਰਹੀ। ਭਾਵ ਤੂੰ ਨਹੀਂ ਦੂਰ ਹੋਈ, ਬਾਕੀ ਦੇ ਸਾਰੇ ਜਿਹੜੇ ਆ ਦੂਰ ਹੋਏ, ਸਭ ਸਾਥ ਛੱਡ ਗਏ। ਮਮ ਆਹੇ ਪਲਾਂਗਮ, ਹੇ ਤ੍ਰਿਸ਼ਨੇ, ਹੇ ਤ੍ਰਿਸ਼ਨੇ ਜਿਹੜੇ ਮੇਰੇ ਮਮ, ਮੇਰੇ ਸੰਗੀ ਸਾਥੀ ਬਚਪਨ ਦੇ ਯਾਰ ਮਿੱਤਰ, ਸਰੀਰ ਦੇ ਇੰਦਰ ਕਰਮ ਇੰਦਰੇ ਗਿਆਨ ਇੰਦਰੇ, ਇਹ ਮੇਰੇ ਆਹੇ ਕਹੀਏ ਹੈ ਸੀ ਸੰਗੀ ਸਾਥੀ। ਪਲਾਂਗਮ ਇਹ ਛੱਡ ਕੇ ਚਲੇ ਗਏ, ਇਹ ਸਾਰੇ ਚਲੇ ਗਏ। ਇੱਕ ਤੂੰ ਮਮ ਸੰਗ ਮੇਰੇ ਨਾਲ ਹੀ ਦਿਨ ਰਾਤ ਰਹੀ ਹੈ। ਸਵਈਆ ਦ੍ਰਿਗ ਜੋਤ ਘਟੀ ਘਟ ਮੈਂ ਲਟਕੀ, ਮੇਰੇ ਜਿਹੜੇ ਦ੍ਰਿਗ ਨੇਤਰ ਹੈ, ਨੇਤਰਾਂ ਦੀ ਜੋਤ ਜਿਹੜੀ ਰੌਸ਼ਨੀ ਹੈ ਘਟੀ, ਉਹ ਤੇ ਘਟ ਗਈ। ਘਟ ਮੈਂ ਲਟਕੀ ਤੇ ਲੱਕ ਵੀ, ਘਟ ਦਾ ਅਰਥ ਲੱਕ, ਲੱਕ ਵੀ ਲਟਕੀ ਕਹੀਏ ਲਟਕ ਗਿਆ, ਭਾਵ ਕੁੱਬਾ ਹੋ ਗਿਆ। ਇੱਥੋਂ ਤੱਕ ਪਲਟੀ ਸਭ ਦੇਹ ਨਾ ਰਾਮ ਸੰਭਾਰੇ, ਇਹੋ ਜਿਹੀ ਹਾਲਤ ਹੋ ਗਈ ਵੀ ਸਾਰੀ ਦੇਹ ਪਲਟ ਗਈ। ਭਾਵ ਜਵਾਨੀ ਵਿੱਚ ਕਾਲੇ ਕੇਸ, ਕਾਲਾ ਦਾੜਾ, ਕਾਲੇ ਰੂੰ, ਜਵਾਨੀ 'ਚ ਸਰੀਰ ਤਗੜਾ, ਉਹ ਜਵਾਨੀ ਵਾਲਾ ਸਾਰਾ ਹੀ ਵੇਸ ਖਤਮ ਹੋ ਗਿਆ। ਪਰ ਫਿਰ ਵੀ ਅਜੇ ਤੱਕ ਦੇਹ ਪਲਟ ਗਈ ਹੈ, ਨਾ ਰਾਮ ਸੰਭਾਰੇ, ਪਰਮਾਤਮਾ ਦੇ ਨਾਮ ਨੂੰ ਸੰਭਾਲਿਆ, ਚੇਤੇ ਹੀ ਨਹੀਂ ਕੀਤਾ। ਮਨੁੱਖ ਨੂੰ ਕਹਿ ਰਹੇ ਹਾਂ, ਆਪਣੇ ਆਪ ਨੂੰ ਵੀ ਕਹਿੰਦੇ ਆ ਅਤੇ ਮਨੁੱਖ ਨੂੰ ਵੀ ਕਹਿੰਦੇ ਹੈ ਵੀ ਵੇਖ ਲਓ ਬੰਦੇ ਦੇ ਨੇਤਰਾਂ ਦੀ ਜੋਤ ਘਟ ਗਈ, ਘਟ ਹੈ ਲਟਕੀ, ਲੱਕ ਵੀ ਲਟਕ ਗਿਆ, ਕੁੱਬਾ ਹੋ ਗਿਆ ਹੈ। ਪਲਟੀ ਸਭ ਦੇਹ ਸਾਰੀ ਪਲਟ ਗਈ,
ਨਾ ਰਾਮ ਸੰਭਾਰੇ। ਪਰਮੇਸ਼ਰ ਦੇ ਨਾਮ ਨੂੰ ਫਿਰ ਵੀ ਸੰਭਾਲਿਆ, ਚੇਤੇ ਨਹੀਂ ਕੀਤਾ। ਕਰ ਮੈਂ ਲਕਟੀ ਨਾ ਉੱਠੀ ਕਰਤੇ। ਬਿਰਧ ਅਵਸਥਾ ਇੰਨੀ ਪ੍ਰਬਲ ਹੋ ਗਈ ਕਿ ਬਿਰਧ ਅਵਸਥਾ ਵਿੱਚ ਕਰ ਮੈਂ ਹੱਥ ਵਿੱਚ ਜਿਹੜੀ ਫੜੀ ਹੋਈ ਸੋਟੀ ਸੀ, ਲਕਟੀ ਕਹੀਏ ਸੋਟੀ, ਨਾ ਉੱਠੀ ਕਰਤੇ। ਉਹ ਸੋਟੀ ਵੀ ਹੱਥ ਕਰਦੇ ਹੱਥ ਦੇ ਨਾਲ ਨਾ ਉੱਠੀ, ਉਹ ਵੀ ਨਹੀਂ ਹੁਣ ਉੱਠਦੀ। ਧਰ ਮਾਹੇ ਲਟੀ ਸੋ ਮਹਾ ਅਬਹਾਰੇ। ਜਦੋਂ ਕਿਤੇ ਉਹ ਸੋਟੀ ਧਰ ਮਾਹੀ ਧਰਤੀ ਵਿੱਚ ਉੱਪਰ, ਧਰਤੀ ਵਿੱਚ ਜਾਂ ਉੱਪਰ, ਧਰਤੀ ਵਿੱਚ ਜਾਂ ਧਰਤੀ ਉੱਪਰ ਲਟੀ ਕਈ ਡਿੱਗ ਜਾਂਦੀ ਹੈ ਤੇ ਉਹ ਚੁੱਕੀ ਨਹੀਂ ਜਾਂਦੀ। ਸੋ ਮਹਾ ਅਬਹਾਰੇ, ਉਹ ਤੇ ਅਬ ਹੁਣ ਮਹਾ ਬਹੁਤ ਹਾਰੇ ਕਈ ਥੱਕ ਗਿਆ ਹਾਂ। ਹੇ ਪਰਮੇਸ਼ਰ, ਹੁਣ ਤੇ ਬਹੁਤ ਥੱਕ ਗਿਆ ਹਾਂ। ਕਰ ਮੈਂ ਲਕਟੀ ਜਿਹੜੀ ਹੱਥ ਵਿੱਚ ਸੋਟੀ ਲਈ ਹੋਈ ਸੀ, ਨਾ ਉੱਠੀ ਕਰਤੇ। ਉਹ ਤੇ ਕਰ ਤੇ ਹੱਥਾਂ ਨਾਲ ਉਹ ਵੀ ਨਹੀਂ ਹੁਣ ਉੱਠਦੀ। ਧਰ ਮਾਹੇ ਲਟੀ, ਧਰਤੀ ਉੱਪਰ ਲਟੀ ਜਿਹੜੀ ਡਿੱਗ ਜਾਂਦੀ ਹੈ ਸੋਟੀ, ਉਹ ਵੀ ਹੁਣ ਚੁੱਕੀ ਨਹੀਂ ਜਾਂਦੀ। ਸੋ ਮਹਾਭਾਰੇ, ਹੁਣ ਤੇ ਬਹੁਤ ਹਾਰੇ ਕਹੀਏ ਹਾਰ ਥੱਕ ਗਏ ਹਾਂ। ਜਬ ਬਾਲਕ ਥੇ ਤਬ ਖੇਲ ਮਤੇ। ਹੈ ਪਰਮੇਸ਼ਰ, ਅਸੀਂ ਕੀ ਲੋਕ ਹਾਂ। ਜਦੋਂ ਬਾਲਕ ਬੱਚੇ ਸੀ, ਬਚਪਨ ਅਵਸਥਾ ਸੀ, ਥੇ ਦਾ ਅਰਥ ਸਾਂ ਸੀ। ਜਦੋਂ ਬੱਚੇ ਬਾਲਕ ਅਵਸਥਾ ਵਿੱਚ ਸੀ ਜਾਂ ਸਾਂ, ਤਬ ਖੇਲ ਮਤੇ, ਤਦੋਂ ਦੇ ਖੇਡਾਂ ਵਿੱਚ ਹੀ ਮਸਤ ਰਹੇ। ਨੱਚਣ ਟੱਪਣ, ਕਦੀ ਕੁਝ ਕਦੀ ਕੁਝ, ਆਹ ਲੈ ਦੋ ਉਹ ਲੈ ਦੋ, ਜਿੱਦਾਂ ਖੇਡਾਂ ਵਿੱਚ ਹੀ ਮਸਤ ਰਹੇ। ਤਰਨਾ ਪਨ ਮੈਂ ਤੋ ਸ਼ੁਭ ਕਾਜ ਵਿਗਾਰੇ। ਫਿਰ ਚਲੋ ਰੱਬ ਨੇ ਬਚਪਨ ਤੋਂ ਤਬਦੀਲ ਕਰਕੇ ਜਵਾਨੀ ਅਵਸਥਾ ਦਿੱਤੀ। ਤਰਨਾਪਨ ਮੈਂ, ਪਰ ਤਰਨਾਪਨ, ਤਰਨਾ ਕੀ ਦਾ ਜਵਾਨੀ, ਜਵਾਨੀ ਦੇ ਵਿੱਚ ਵੀ ਸ਼ੁਭ ਕਾਜ ਵਿਗਾਰੇ। ਸਾਰੇ ਜਿੰਨੇ ਚੰਗੇ ਕੰਮ ਸੀ ਵਿਗਾਰੇ, ਉਹ ਵਿਗਾੜ ਦਿੱਤੇ ਹੰਕਾਰ ਨਾਲ ਹੀ। ਮੰਨੀ ਕਿਸੇ ਦੀ ਨਹੀਂ, ਮੈਨੂੰ ਕਿਹਦੀ ਪਰਵਾਹ, ਜਿਹੋ ਜਿਹੀ ਜਵਾਨੀ ਮੈਨੂੰ ਆਈ ਕਿਹੋ ਜਿਹੀ ਕਿਹਨੂੰ ਆਈ। ਸਾਰੇ ਚੰਗੇ ਕੰਮ ਉਹ ਵੀ ਵਿਗਾਰੇ, ਵਿਗਾੜ ਦਿੱਤੇ। ਅਬ ਔਰ ਨਾ ਓਟ ਨਿਹਾਰਤ ਹੋ। ਹੇ ਮੇਰੇ ਪ੍ਰਭੂ, ਅਬ ਔਰ ਨਾ ਓਟ, ਹੁਣ ਮੈਂ ਕਿਸੇ ਹੋਰ ਦੀ ਓਟ ਟੇਕ ਆਸਰਾ ਨਿਹਾਰਤ ਹਾਂ, ਨਹੀਂ ਦੇਖਦਾ ਹਾਂ। ਹੋਂ ਦਾ ਅਰਥ ਮੈਂ ਹੁਣ ਹੋਰ ਕਿਸੇ ਦੀ ਓਟ ਨਿਹਾਰਤ ਕਹੀਏ ਨਹੀਂ ਦੇਖਦਾ ਹਾਂ। ਸਰਨਾਗਤ ਹੋਂ ਜਲ ਭੂ ਧਰ ਤਾਰੇ। ਭੂਦਰ ਨਹੀਂ ਪੜ੍ਹਨਾ, ਭੂ ਧਰ, ਭੂ ਧਰ ਪੱਥਰ, ਭੂ ਧਰ ਦਾ ਅਰਥ ਪੱਥਰ। ਮੈਂ ਤੇਰੀ, ਹੁਣ ਪਰਮੇਸ਼ਰ ਕਿਸੇ ਦੀ ਓਟ ਆਸਰਾ ਨਹੀਂ ਤੱਕਦਾ ਹਾਂ। ਸਰਨਾਗਤ, ਮੈਂ ਤੇਰੀ ਹੀ ਸ਼ਰਨ ਆਗਤ। ਸ਼ਰਨ ਆਗਤ ਦਾ ਅਰਥ ਆਉਣਾ। ਮੈਂ ਤੇਰੀ ਸ਼ਰਨ ਵਿੱਚ ਆ ਕੇ ਪ੍ਰਾਪਤ ਹੋਇਆ ਹਾਂ। ਹੋਂ ਦਾ ਅਰਥ ਹਾਂ ਵੀ, ਹੋਂ ਦਾ ਅਰਥ ਮੈਂ ਤੇਰੀ ਸ਼ਰਨ ਵਿੱਚ ਆ ਕੇ ਪ੍ਰਾਪਤ ਹੋਇਆ ਹਾਂ। ਹੇ ਵਾਹਿਗੁਰੂ, ਹੇ ਭਗਵਾਨ ਜੀ, ਜਲ ਭੂ ਧਰ ਤਾਰੇ, ਜਿਵੇਂ ਤੂੰ ਤ੍ਰੇਤੇ ਯੁੱਗ ਵਿੱਚ ਸ਼੍ਰੀ ਰਾਮ ਚੰਦਰ ਭਗਵਾਨ ਦੇ ਰੂਪ ਵਿੱਚ ਹੋ ਕੇ ਜਲ, ਪਾਣੀ, ਜਲ ਸਮੁੰਦਰ ਦੇ ਵਿੱਚ ਭੂ ਧਰ ਪੱਥਰ ਜਿਹੜੇ ਤਾਰੇ ਤਾਰ ਦਿੱਤੇ ਸਨ। ਜੇ ਤੂੰ ਜੜ ਪੱਥਰ ਤਾਰ ਸਕਦਾ ਤੇ ਕੀ ਪਰਮੇਸ਼ਰ ਮੈਨੂੰ ਨਹੀਂ ਤਾਰਨਾ ਕਰੇਗਾ। ਭਾਵ ਮੈਨੂੰ ਵੀ ਤਾਰਨਾ ਕਰੋ, ਤੂੰ ਜ਼ਰੂਰ ਮੈਨੂੰ ਤਾਰ ਸਕਦਾ ਹੈ, ਤੇਰੇ ਹੱਥ ਸਭ ਕੁਝ ਹੈ। ਸਵਈਆ ਜਬ ਜੋਬਨ ਥਾ ਜਨ ਪ੍ਰੀਤ ਕਰੇ। ਹੇ ਪ੍ਰਭੂ, ਜਦੋਂ ਮੇਰੇ ਸਰੀਰ ਉੱਪਰ ਜਵਾਨੀ ਦੀ ਅਵਸਥਾ ਸੀ, ਜਬ ਜੋਬਨ ਥਾ, ਹਿੰਦੀ ਦਾ ਅਰਥ ਹੀ ਹੈ ਥਾ। ਜਬ ਜੋਬਨ, ਜਦੋਂ ਜਵਾਨੀ ਦੀ ਅਵਸਥਾ ਮੇਰੇ ਉੱਪਰ ਸੀ, ਜਨ ਪ੍ਰੀਤ ਕਰੇ, ਤਦੋਂ ਮੇਰੀ ਸੁੰਦਰਤਾ ਜਵਾਨੀ ਕਰਕੇ, ਮੇਰੀ ਕਮਾਈ ਕਰਕੇ, ਮੇਰੇ ਸਰੀਰ ਸੁਨੱਖੇ ਨੂੰ ਵੇਖ ਕੇ ਜਨ ਲੋਕ ਮੇਰੇ ਨਾਲ ਪ੍ਰੀਤ, ਬੜੀ ਪ੍ਰੀਤੀ ਕਰਦੇ ਸਨ। ਅਬ ਜਾਰਠ ਮਾਹੇ ਭਏ ਸਭ ਖਾਰੇ। ਅਬ ਹੁਣ
ਜਾਰਠ ਮੈਨੂੰ ਵਡੇਪਾ ਆ ਗਿਆ। ਵਡੇਪੇ ਦੀ ਅਵਸਥਾ ਮਾਹੇ ਵਿੱਚ ਪਏ ਸਭ ਖਾਰੇ। ਮਹਾਰਾਜ ਸਾਰੇ ਖਾਰੇ ਕਹੀਏ ਮੇਰੇ ਦੋਖੀ ਵੈਰੀ ਬਣ ਗਏ। ਹੁਣ ਤਾਂ ਕੋਈ ਪਾਣੀ ਨਹੀਂ ਪੁੱਛਦਾ, ਕਿਉਂਕਿ ਅਬ ਜਾਰਠ ਮਾਹੇ ਪਹਿਲਾਂ ਕੰਮ ਬੜਾ ਕਰਦਾ ਸੀ, ਸੋਹਣਾ ਸੁਨੱਖਾ ਸੀ। ਹੁਣ ਜਾਰਠ ਵਡੇਪਾ ਆ ਗਿਆ ਹੈ। ਵਡੇਪੇ ਵਿੱਚ ਕੰਮ ਕੋਈ ਨਹੀਂ ਹੁੰਦਾ, ਆਪਣਾ ਆਪ ਵੀ ਸੰਭਾਲ ਨਹੀਂ ਹੁੰਦਾ। ਅਤੇ ਵੇਖ ਲਓ ਭਾਈ ਸਭ ਖਾਰੇ, ਸਾਰੇ ਵੈਰੀ ਬਣ ਗਏ, ਖਾਰੇ ਉਤਰ ਆਏ। ਹੁਣ ਖਾਰੇ ਪਾਣੀ ਵਾਂਗ ਬਕਬਕੇ ਹੋ ਗਏ, ਦੋਖੀ ਵੈਰੀ ਬਣ ਗਏ, ਕੋਈ ਨਹੀਂ ਪੁੱਛਦਾ। ਭਗਤ ਮਹਾਰਾਜ ਕਹਿੰਦੇ ਆ ਨਾ ਕਬੀਰ ਜੀ, ਛਿਨ ਛਿਨ ਤਨ ਸੀਜੈ ਜਰਾ ਜਨਾਵੈ, ਤਬ ਤੇਰੀ ਓਖ ਕੋਈ ਪਾਣੀਓ ਨਾ ਪਾਵੈ। ਆ ਜਦੋਂ ਛਿਨ ਛਿਨ ਕਰਕੇ ਸਰੀਰ ਤੇਰਾ ਕਮਜ਼ੋਰ ਹੋ ਰਿਹਾ, ਵਡੇਪਾ ਜਣਾ ਰਹੇ ਹੈ, ਤਬ ਤੇਰੀ ਓਖ, ਤੇਰੀ ਬੁੱਕ ਵਿੱਚ ਕੋਈ ਪਾਣੀ ਵੀ ਨਹੀਂ ਪਾਵੇਗਾ। ਇਸ ਪ੍ਰਕਾਰ ਦੀ ਹਾਲਤ ਹੋ ਜਾਂਦੀ ਹੈ। ਇਹ ਮਹਾਰਾਜ ਜੋਬਨ ਸੀ, ਲੋਕ ਬੜੀ ਪ੍ਰੀਤੀ ਕਰਦੇ ਸੀ। ਹੁਣ ਅਬ ਜਾਰਠ ਮੈਂ ਵਡੇਪਾ ਆ ਗਿਆ, ਵਡੇਪੇ ਵਿੱਚ ਸਾਰੇ ਖਾਰੇ ਵੈਰੀ ਦੋਖੀ ਹੋ ਗਏ। ਨਹ ਹੈ ਅਧਿਕਾਰ ਕਛੂ ਤੁਮਰੋ, ਹੇ ਪ੍ਰਭੂ ਉਹ ਪਰਿਵਾਰ ਦੇ ਲੋਕ ਹੁਣ ਬਿਰਧ ਅਵਸਥਾ ਵਿੱਚ ਇਸ ਪ੍ਰਕਾਰ ਮੈਨੂੰ ਕਹਿੰਦੇ ਆ, ਹੇ ਬੁੱਢਿਆ ਤੇਰਾ ਸਾਡੇ ਕੰਮਾਂ ਵਿੱਚ ਕਛੂ ਕੋਈ ਵੀ ਅਧਿਕਾਰ ਹੱਕ ਨਹੀਂ ਹੈ। ਨਹ ਹੈ ਅਧਿਕਾਰ ਕਛੂ ਤੁਮਰੋ, ਬੁੱਢਾ ਹੋ ਗਿਆ, ਪਹਿਲਾਂ ਉਹਨਾਂ ਵਾਸਤੇ ਕਮਾਇਆ ਖੱਟਿਆ। ਹੁਣ ਮੈਨੂੰ ਕੀ ਕਹਿੰਦੇ ਘਰ ਵਾਲੇ, ਇਹ ਬੁੱਢੇ ਵਾਧੂ ਹੈ ਤੂੰ, ਅਬ ਨਹ ਹੈ ਅਧਿਕਾਰ ਕਛੂ ਤੁਮਰੋ, ਤੈਨੂੰ ਹੁਣ ਕੋਈ ਅਧਿਕਾਰ ਨਹੀਂ ਸਾਡੇ ਕੰਮਾਂ ਵਿੱਚ। ਚੁੱਪ ਕਰਕੇ ਇੱਕ ਪਾਸੇ ਬੈਠਾ ਰਹੋ, ਬਿਲਕੁਲ ਨਹੀਂ ਬੋਲਣਾ ਹੈ। ਕਰ ਲੈ ਲਗਟੀ ਬਹੁ ਮੋਹੇ ਦੁਆਰੇ, ਅਤੇ ਕੀ ਕਹਿੰਦੇ ਹੈ, ਤੂੰ ਚੁੱਪ ਕਰਕੇ ਨਾ ਕਰ ਲੈ, ਹੱਥ ਵਿੱਚ ਲਕਟੀ ਸੋਟੀ ਲੈ ਕੇ ਅਤੇ ਬਹੁ ਮੋਹੇ ਦੁਆਰੇ, ਆ ਜਿਹੜਾ ਸਾਡਾ ਦਰਵਾਜ਼ਾ ਡਿਓੜੀ ਹੈ, ਬਹੁ ਉੱਥੇ ਬੈਠਣਾ ਕਰ, ਉੱਥੇ ਬੈਠ ਕੇ ਘਰ ਦੀ ਰਾਖੀ ਰੱਖ, ਘਰ 'ਚ ਕੁੱਤਾ ਨਾ ਆਵੇ, ਬਿੱਲਾ ਨਾ ਆਵੇ, ਲੋਕ ਵੇ ਕਿਹੜਾ ਹੁੰਦਾ ਧਿਆਨ ਦੇ। ਘਰ ਦੇ ਕੰਮਾਂ 'ਚ ਤੇਰਾ ਕੋਈ ਅਧਿਕਾਰ ਨਹੀਂ ਬੋਲਣ ਦਾ, ਬੈਠਾ ਰਹਿ ਰਮਾਨ ਨਾਲ। ਹੱਥ ਵਿੱਚ ਸੋਟੀ ਲੈ ਕੇ ਅਤੇ ਸਾਡੇ ਦਰਵਾਜ਼ੇ ਡਿਓੜੀ 'ਤੇ ਬਾਹਰ ਬਰਾਂਡੇ 'ਚ ਬੈਠ ਕੇ ਦੁਆਰੇ 'ਤੇ ਪੈਰਾ ਦੇ ਰਾਖੀ ਕਰ। ਇਮ ਭਾਖਤ ਹੈ ਕਰੁਣਾ ਨਿਧ ਰਾਮ, ਹੇ ਕਰੁਣਾ ਨਿਧ ਮੇਰ ਦੇ ਖਜ਼ਾਨੇ ਸਮੁੰਦਰ ਰੂਪ ਰਾਮ ਰਮੰਤੀ ਰਾਮਾ ਪਰਮੇਸ਼ਰ। ਮੇਰੇ ਪਰਿਵਾਰ ਵਾਲੇ ਮੈਨੂੰ ਹੁਣ ਇਮ ਭਾਖਤ ਇਸ ਪ੍ਰਕਾਰ ਬੋਲਦੇ ਹਨ, ਪਰੋ ਤੂੰ ਕਹੇ ਯਹ ਪਾਦ ਪਸਾਰੇ, ਜੇਕਰ ਕਿਤੇ ਮੈਂ ਥੱਕ ਟੁੱਟ ਜਾਣਾ, ਥੱਕ ਟੁੱਟਣ ਦੇ ਕਾਰਨ ਮੰਜੇ ਉੱਪਰ ਆਰਾਮ ਕਰ ਲਈ, ਪਰੋਂ ਲੰਮਾ, ਪਰੋਂ ਕਹੀਏ ਪੈ ਜਾਵਾਂ, ਪੈ ਜਾਣਾ ਅਤੇ ਪੈ ਜਾਣਾ ਹਾਂ, ਤੋ ਕਹੇ ਤਦ ਉਹ ਆਣ ਕੇ ਕਹਿੰਦੇ ਹੈ ਯਹ ਪਾਦ ਸਾਰੇ। ਆ ਵੇਖੋ ਬੁੱਢਾ ਕਿਸ ਤਰ੍ਹਾਂ ਇਹਨੇ ਯਹ ਮੈਨੇ ਇਹ ਪਾਦ ਪੈਰ ਪਸਾਰ ਕੇ ਪਸਾਰ ਕੇ ਲੰਮੀਆਂ ਤਾਣ ਕੇ ਸੁੱਤਾ ਪਿਆ। ਰਾਤ ਕੀ ਕੀਤਾ, ਚੱਕੀ ਚਲਾਈ। ਇਸ ਤਰ੍ਹਾਂ ਮੈਨੂੰ ਕਹਿੰਦੇ ਹੈ, ਇਹ ਕਰੁਣਾ ਨਿਧ ਰਾਮ, ਹੇ ਪਰਮੇਸ਼ਰ। ਮੇਰੇ ਘਰ ਵਾਲੇ ਮੈਨੂੰ ਇਵੇਂ ਕਹਿੰਦੇ ਹੈ, ਪਰ ਉਹ ਜੇ ਮੈਂ ਲੰਮੇ ਪੈ ਜਾਂਦਾ ਥਕਾਵਟ ਕਰਕੇ, ਕਹਿੰਦੇ ਹੈ ਕਿਵੇਂ ਪਾਦ ਪੈਰ ਪਸਾਰ ਕੇ ਲੰਮੇ ਪਿਆ, ਲੰਮੀਆਂ ਤਾਣ ਕੇ। ਬੁੱਢਿਆ ਕਿਹੜੀ ਕਮਾਈ ਕੀਤੀ ਹੈ ਤੂੰ, ਰਾਤ ਰੱਜਿਆ ਨਹੀਂ ਹੈ ਸੌਂ ਕੇ। ਅਬ ਔਰ ਨ ਓਟ ਨਿਹਾਰਤ ਹੂੰ, ਹੇ ਪ੍ਰਭੂ ਹੁਣ ਮੈਂ ਹੋਰ ਕੋਈ ਓਟ ਆਸਰਾ ਨਿਹਾਰਤ ਨਹੀਂ ਦੇਖਦਾ ਹਾਂ। ਸਰਨਾਗਤ ਹੂੰ, ਬਸ ਮੈਂ ਤੇਰੀ ਸਰਨਾਗਤ ਆ ਕੇ ਪ੍ਰਾਪਤ ਹੋਇਆ ਹਾਂ। ਜਲ ਭੂਤਰ ਤਾਰੇ ਤੁਸਾਂ ਨੇ, ਜਾਲ ਸਮੁੰਦਰ ਦੇ ਵਿੱਚ ਪੱਥਰ ਤਾਰੇ। ਇਸੇ ਤਰ੍ਹਾਂ ਪਰਮੇਸ਼ਰ ਮੈਨੂੰ ਵੀ ਤੁਸੀਂ ਤਾਰਨਾ ਕਰੋ ਜੀ। ਸਵਈਆ ਜਬ ਜਾਠਰ ਮੈਂ ਤਨ ਖੀਨ ਪਏ, ਹੁਣ
ਆਪ ਜਾਠਰ ਮੈਂ ਹੁਣ ਬਿਰਧ ਅਵਸਥਾ ਦੇ ਵਿੱਚ ਤਨ ਖੀਨ ਪਏ, ਸਰੀਰ ਕਮਜ਼ੋਰ ਪਏ ਹੋ ਗਿਆ, ਅਰ ਦੂਰ ਭਏ ਮੁਖ ਦਾਂਤ ਹਮਾਰੇ। ਤੇ ਜਿਹੜੇ ਅਤੇ ਮੇਰੇ ਹਮਾਰੇ ਅਤੇ ਮੇਰੇ ਜਿਹੜੇ ਮੁਖ ਦਾਂਤ, ਮੁਖ ਦੇ ਵਿੱਚੋਂ ਦੰਦ ਸਨ 32 ਦੂਰ ਪਏ, ਉਹ ਵੀ ਦੂਰ ਹੋ ਗਏ, ਭਾਵ ਸਾਰੇ ਟੁੱਟ ਗਏ ਆ, ਮੂੰਹ ਹੁਣ ਆਲ੍ਹਣੇ ਵਾਂਗ ਹੋਇਆ ਪਿਆ। ਅਬ ਜਾਠਨ ਮੈਂ ਤਨ ਖੀਨ ਪਏ, ਜਿਸ ਸਰੀਰ ਮੇਰਾ ਬੁੱਢ ਪੌਣੇ ਵਡੇਪੇ ਵਿੱਚ ਖੀਨ ਕਮਜ਼ੋਰ ਹੋ ਗਿਆ, ਭਾਵ ਕਿ ਹੱਥ ਕੰਬਦੇ ਹੈ, ਪੈਰਾਂ ਨਾਲ ਚੱਲਿਆ ਨਹੀਂ ਜਾਂਦਾ, ਕੰਨਾਂ ਨਾਲ ਪੂਰਾ ਸੁਣਦਾ ਨਹੀਂ ਹੈ, ਅੱਖਾਂ ਨਾਲ ਦਿਖਦਾ ਨਹੀਂ ਹੈ ਸਾਫ, ਜ਼ੁਬਾਨ ਨਾਲ ਸਾਫ ਬੋਲਿਆ ਨਹੀਂ ਜਾਂਦਾ, ਸਾਰਾ ਸਰੀਰ ਕਮਜ਼ੋਰ ਹੋ ਗਿਆ। ਅਰ ਦੂਰ ਭਏ ਮੁਖ ਦਾਂਤ ਹਮਾਰੇ, ਅਤੇ ਮੇਰੇ ਮੁੱਖ ਵਿੱਚੋਂ ਜਿਹੜੇ 32 ਦੰਦ ਸਨ ਦੂਰ ਪਏ, ਵੀ ਦੂਰ ਹੋ ਗਏ, ਭਾਵ ਸਾਰੇ ਟੁੱਟ ਗਏ ਹਨ। ਜਨ ਮੋਹਿ ਕੋ ਭੋਜਨ ਸੋਏ ਧਰੇ, ਤੇ ਹੇ ਪਰਮੇਸ਼ਰ ਮੇਰੇ ਪਰਿਵਾਰ ਦੇ ਜਨ ਲੋਕ ਮੋਹੇ ਕਹੀਏ ਮੇਰੇ ਅੱਗੇ ਜਾਂ ਮੈਨੂੰ ਭੋਜਨ ਸੋਏ ਧਰੇ। ਸੋਏ ਦਾ ਅਰਥ ਉਹ ਭੋਜਨ ਲਿਆ ਕੇ ਧਰੇ ਰੱਖਦੇ ਹੈ। ਘਰ ਭੀਤਰ ਜੋ ਕਛ ਪਾਵਕ ਜਾਰੇ, ਜੋ ਕਹੀਏ ਜਿਹੜਾ ਭੋਜਨ ਘਰ ਭੀਤਰ ਘਰ ਦੇ ਵਿੱਚ ਕਛ ਪਾਵਕ ਜਾਰੇ, ਕੁਝ ਅੱਗ ਦੇ ਸਾੜਿਆ, ਅੱਗ ਨੇ ਸਾੜਿਆ ਹੁੰਦਾ, ਪਾਵਕ ਅੱਗ ਜਾਰੇ ਕਹੀਏ ਸਾੜਿਆ, ਜਿਹੜਾ ਕੁਝ ਅੱਗ ਨੇ ਸਾੜਿਆ ਹੁੰਦਾ ਘਰ ਦੇ ਵਿੱਚ ਭੋਜਨ, ਉਹ ਭੋਜਨ ਮੇਰੇ ਜਨ ਕਹੀਏ ਜਨ ਮੋਹਿ ਕੋ ਭੋਜਨ ਸੋਏ ਧਰੇ, ਮੇਰੇ ਘਰ ਦੇ ਪਰਿਵਾਰ ਦੇ ਲੋਕ ਮੈਨੂੰ ਉਹ ਭੋਜਨ ਅੱਗੇ ਲਿਆ ਕੇ ਰੱਖਦੇ ਹੈ। ਹੇ ਪਰਮੇਸ਼ਰ ਜਾਂ ਘਰ ਭੀਤਰ ਜੋ ਘਰ ਦੇ ਵਿੱਚ ਬਣਿਆ ਹੋਇਆ ਭੋਜਨ ਕਛ ਪਾਵਕ ਜਾਰੇ, ਕੋਈ ਸੜਿਆ ਹੁੰਦਾ, ਪਾਵਕ ਜੋ ਬਚਿਆ ਹੋਇਆ ਭੋਜਨ ਹੁੰਦਾ ਜਿਹਨੂੰ ਕੋਈ ਨਹੀਂ ਖਾਂਦਾ, ਉਹ ਮੇਰੇ ਅੱਗੇ ਲਿਆ ਕੇ ਸੁੱਟ ਦਿੰਦੇ, ਕਹਿੰਦੇ ਬੁੱਢੇ ਇਹ ਖਾ। ਮੁਖ ਤੇ ਕਛ ਭਾਖਤ ਹੋਂ ਜਬ ਹੀ, ਜਦੋਂ ਮਹਾਰਾਜ ਮੈਂ ਆਪਣੇ ਮੁਖ ਤੇ ਮੁਖ ਤੋਂ ਉਹ ਭੋਜਨ ਨੂੰ ਵੇਖ ਕੇ ਸੜੇ ਬਲੇ ਨੂੰ ਕਛ ਭਾਖਤ ਕੁਝ ਕਹਿੰਦਾ ਹਾਂ ਕਿ ਕੁਛ ਭਾਗਤ ਹੋ ਜਾਵੇ, ਜੋ ਕਹਿੰਦਾ ਹਾਂ ਕਿ ਮੇਰੇ ਮੂੰਹ ਵਿੱਚੋਂ ਦੰਦ ਨਹੀਂ ਹੈ, ਇਹ ਸਖਤ ਰੋਟੀਆਂ ਮੇਰੇ ਕੋਲੋਂ ਖਾਧੀਆਂ ਨਹੀਂ ਜਾਂਦੀਆਂ, ਥੋੜ੍ਹੀਆਂ ਨਰਮ ਦੇ ਦਿਆ ਕਰੋ ਭਾਈ, ਇਹ ਮੇਰੇ ਕੋਲ ਖਾਣੀਆਂ ਔਖੀਆਂ, ਮੇਰੇ ਮੂੰਹ 'ਚ ਦੰਦ ਕੋਈ ਨਹੀਂ। ਤੋ ਕਹੇ ਨਹਿ ਤੈ ਹਿਤ ਪੂਪ ਸਵਾਰੇ, ਤੋ ਤਾਂ ਅੱਗੋਂ ਕਹੇ ਕਹਿੰਦੇ ਹੈ ਤੈਂ ਅੱਛਾ ਤੈਂ ਹਿਤ ਤੇਰੇ ਵਾਸਤੇ ਹੁਣ ਪੂਪ ਸਵਾਰੇ ਪੂੜੇ ਸਵਾਰਦੇ, ਪੂੜੇ ਬਣਾਉਣੇ, ਖਲੋ ਜਾ ਬਹਿ ਜਾ, ਗਰਮ ਗਰਮ ਪੂੜੇ ਦਿੰਦੇ ਤੈਨੂੰ, ਚੁੱਪ ਕਰ, ਇਹ ਰੋਟੀ ਖਾਣੀ ਤਾਂ ਖਾ, ਨਹੀਂ ਤੇ ਬੈਠਾ ਰਹਿ ਭੁੱਖਾ, ਨਹੀਂ ਤੇ ਨਿਕਲ ਇੱਥੋਂ। ਹੇ ਪਰਮੇਸ਼ਰ ਮੁਖ ਤੇ ਕਛ ਭਾਗਤ ਹੋ ਜਾਵੇ, ਜਦੋਂ ਮੈਂ ਕੁਛ ਮੂੰਹੋਂ ਕਹਿੰਦਾ ਉਹ ਭੋਜਨ ਵੇਖ ਕੇ ਮੇਰੇ ਕੋਲ ਖਾਧਾ ਨਹੀਂ ਜਾਂਦਾ, ਤੋ ਕਹੇ ਨਹਿ ਤੈ ਹਿਤ ਪੂਪ ਸਵਾਰੇ, ਤੋ ਤਾਂ ਅੱਗੋਂ ਕਹੇ ਉਹ ਕਹਿੰਦੇ ਹੈ ਤੈਂ ਹਿਦਾ ਤੇਰੇ ਵਾਸਤੇ ਪੂੜੇ ਸਵਾਰਦੇ ਹੈ, ਅੱਛਾ ਪੂੜੇ ਖਾਈ ਤੂੰ, ਖਾ ਲਾ ਚੁੱਪ ਕਰਕੇ। ਅਬ ਔਰ ਨ ਓਟ ਨਿਹਾਰ ਤੂੰ, ਹੇ ਪ੍ਰਭੂ ਇਹਨਾਂ ਗੱਲਾਂ ਨੂੰ ਵੇਖ ਕੇ ਹੁਣ ਮੈਂ ਅਖੀਰੀ ਸਮੇਂ ਤੇਰੀ ਸ਼ਰਨ ਆਇਆ, ਹੁਣ ਮੈਂ ਕਿਸੇ ਹੋਰ ਦੀ ਓਟ ਟੇਕ ਵੱਲ ਨਿਹਾਰਤ ਨਹੀਂ ਦੇਖਦਾ ਹਾਂ, ਸਰਨਾਗਤ ਹਾਂ, ਬਸ ਹੋਂ ਦਾ ਅਰਥ ਮੈਂ ਹੋਂ ਦਾ ਅਰਥ ਹਾਂ, ਮੈਂ ਤੇਰੀ ਸ਼ਰਨ ਵਿੱਚ ਆ ਕੇ ਪ੍ਰਾਪਤ ਹੋਇਆ ਹਾਂ। ਜਲ ਭੂਤਰ ਤਾਰੇ, ਜਿਵੇਂ ਤੂੰ ਤੇਰੇ ਤੇ ਯੁੱਗ ਦੇ ਅੰਦਰ ਰਾਮਚੰਦਰ ਭਗਵਾਨ ਰੂਪ ਹੋ ਕੇ ਮਹਾਰਾਜ ਪੱਥਰ ਤਾਰੇ ਪੁਲ ਬੰਨ੍ਹਦੇ ਆ, ਇਸੇ ਤਰ੍ਹਾਂ ਹੀ ਮਹਾਰਾਜ ਮੈਨੂੰ ਤਾਰਨਾ ਕਰ, ਪੱਥਰ ਤੇ ਜੜ ਮੈਂ ਚੇਤਨ ਹਾਂ, ਜੇ ਤੂੰ ਜੜ ਪੱਥਰ ਤਾਰ ਸਕਦਾ ਤੇ ਮੈਨੂੰ ਵੀ ਤਾਰਨਾ ਕਰ, ਕਿਉਂਕਿ ਤੁਸੀਂ ਸਰਬ ਕਲਾ ਸਮਰੱਥ ਹੋ। ਮਹਾਰਾਜ ਮੇਰੇ 'ਤੇ ਕਿਰਪਾ ਕਰੋ, ਮੈਨੂੰ ਤਾਰਨਾ ਕਰੋ ਜੀ। ਇਸ ਪ੍ਰਕਾਰ
ਭਾਵ ਰਸਾਮ੍ਰਿਤ ਗ੍ਰੰਥ ਦੇ ਜਿਹੜੇ 54 ਛੰਦ ਹੋ ਚੁੱਕੇ ਆ। ਅੱਗੇ ਜਿਵੇਂ ਵਿਚਾਰ ਆਏਗੀ ਆਪਾਂ ਕੱਲ੍ਹ ਦੇ ਦੀਵਾਨਾਂ ਦੇ ਸਰਵਣ ਕਰਾਂਗੇ। ਹੁਣ ਇੱਥੇ ਹੀ ਆਪਾਂ ਜਿਹੜੀ ਹੈ ਸਮਾਪਤੀ ਕਰੀਏ। ਸਮਾਂ ਉੱਪਰ ਹੀ ਜਾ ਰਿਹਾ ਹੈ। ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ। ਵਿਚਾਰਾਂ ਦੀ ਇੱਥੇ ਸਮਾਪਤੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।